ਦਿਸ਼ਾ ਪਰਿਵਰਤਨ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਭੈਣ ਭਰਾਵਾਂ ਦਾ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਮਸੀਹੀ ਵਿਸ਼ਵਾਸ ਦੀਆਂ ਮੁੱਢਲੀ ਗੱਲਾਂ ਦੇ ਅਧੀਨ ਦੇਖ ਰਹੇ ਸੀ ਕਿ ਬਾਈਬਲ ਖੁਸ਼ਖਬਰੀ ਦੇ ਪ੍ਰਚਾਰ ਬਾਰੇ ਕੀ ਕਹਿੰਦੀ ਹੈ। ਅਧਿਐਨ ਦੇ ਹਵਾਲੇ ਸਵਰੂਪ ਅਸੀਂ ਪਹਿਲਾ ਥਿਸਲੋਨੀਕਾ ਦੇ ਪਹਿਲੇ ਅਧਿਆਇ ਦੀ 1 ਤੋਂ 10 ਆਇਤਾਂ ਉੱਤੇ ਗੌਰ ਕੀਤਾ ਸੀ। ਅਸੀਂ ਇਸ ਦੀ ਰੂਪਰੇਖਾ ਨੂੰ ਵੇਖਿਆ। ਅਸੀਂ ਵੇਖਿਆ ਕਿ ਥੈਸਲੋਨੀਕੀਆਂ ਦੀ ਕਲੀਸਿਆ ਇੱਕ ਮਹਾਨ ਕਲੀਸਿਆ ਸੀ, ਜਿਹੜੀ ਕਿ ਬਹੁਤ ਸਾਰੀਆਂ ਦੂਜੀਆਂ ਕਲੀਸਿਆਂ ਦੇ ਲਈ ਇੱਕ ਨਮੂਨਾ ਬਣ ਗਈ ਸੀ। ਇਸ ਦਾ ਕੀ ਕਾਰਨ ਸੀਗਾ? ਇਸ ਦਾ ਕਾਰਨ ਇਹ ਸੀ ਕਿ ਉਹ ਕਲੀਸਿਆ ਦੇ ਵਿੱਚ ਕਈ ਮਹੱਤਵਪੂਰਨ ਗੱਲਾਂ ਪਾਈਆਂ ਜਾਂਦੀਆਂ ਸੀ, ਜਿਵੇਂ ਕਿ ਇਸ ਕਲੀਸਿਆ ਦੇ ਲੋਕਾਂ ਨੇ ਮਸੀਹ ਦੇ ਵਿੱਚ ਮਸੀਹ ਦੀ ਸ਼ਕਤੀ ਨੂੰ ਪ੍ਰਾਪਤ ਕਰ ਲਿਆ ਸੀ। ਇਸ ਕਲੀਸਿਆ ਦੇ ਅੰਦਰ ਜੀਵਨ ਦਾ ਵਿਕਾਸ ਹੋ ਰਿਹਾ ਸੀ ਅਤੇ ਇਹ ਉਹ ਕਲੀਸਿਆ ਸੀ ਜਿਹਨੇ ਮਸੀਹ ਦੀ ਜੀਵਨ ਸ਼ੈਲੀ ਨੂੰ ਬੜੇ ਹੀ ਅਨੁਸ਼ਾਸਨ ਦੇ ਨਾਲ ਅਪਣਾਇਆ। ਦੋਸਤੋ, ਥਿਸਲੋਨੀਕੀਆ ਦੀ ਕਲੀਸਿਆ ਕੋਈ ਸੰਪੂਰਨ ਕਲੀਸਿਆ ਨਹੀਂ ਸੀ, ਪਰ ਉਹਨਾਂ ਦਾ ਅਨੁਸ਼ਾਸਨ ਅਤੇ ਮਸੀਹ ਦੇ ਪਿੱਛੇ ਪੂਰੀ ਇਮਾਨਦਾਰੀ ਦੇ ਨਾਲ ਚੱਲਣਾ ਉਹਨਾਂ ਨੂੰ ਮਹਾਨ ਬਣਾਉਂਦਾ ਸੀ। ਦੋਸਤੋ, ਥੈਸਲੋਨੀਕੀਆ ਦੀ ਕਲੀਸਿਆ ਦੇ ਬਾਰੇ ਗੱਲਬਾਤ ਕਰਨਾ ਸੱਚਮੁੱਚ ਦਿਲਚਸਪੀ ਨਾਲ ਭਰਿਆ ਹੋਇਆ। ਤੇ ਆਓ ਫਿਰ ਬਿਨਾਂ ਸਮਾਂ ਗਵਾਏ ਡਾਕਟਰ ਡੇਵਿਡ ਜਰਮਾਇਆ ਦੇ ਨਾਲ ਇਸ ਅਧਿਐਨ ਨੂੰ ਸ਼ੁਰੂ ਕਰਦੇ ਹਾਂ। ਬਾਈਬਲ ਖੁਸ਼ਖਬਰੀ ਦੇ ਬਾਰੇ ਸਾਨੂੰ ਹੋਰ ਕੀ ਸਿਖਾਉਣਾ ਚਾਹੁੰਦੀ ਹੈ? ਆਓ ਅਧਿਐਨ ਦੀ ਸ਼ੁਰੂਆਤ ਕਰਦੇ ਹਾਂ। ਸਰੋਤਾ ਦੋਸਤੋ, ਇਸ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਜਦੋਂ ਇੱਕ ਵਿਅਕਤੀ ਦਾ ਜਨਮ ਹੁੰਦਾ ਹੈ ਤਦ ਉਸ ਦੀ ਇੱਕ ਤਰੀਕ ਹੁੰਦੀ ਹੈ। ਹੁਣ ਤਾਂ ਇੱਕ ਸਮਾਂ ਵੀ ਹੁੰਦਾ ਹੈ ਜਦੋਂ ਜਨਮ ਹੋਇਆ ਹੋਵੇ, ਅਤੇ ਆਪ ਸਮੇਂ ਦੇ ਇੱਕ ਪਲ ਦੇ ਵਿੱਚ ਝਾਤੀ ਮਾਰ ਸਕਦੇ ਹੋ ਅਤੇ ਆਖ ਸਕਦੇ ਹੋ ਕਿ ਠੀਕ ਹੈ। 9 ਮਹੀਨੇ ਦਾ ਸਮਾਂ ਗਰਭ ਦੇ ਵਿੱਚ ਬੀਤਿਆ ਅਤੇ ਉਸ ਦਾ ਜਨਮ ਇਸ ਖਾਸ ਦਿਨ ਨੂੰ ਹੋਇਆ ਸੀ। ਉਹ ਇੱਕ ਖਾਸ ਦਿਨ, ਇੱਕ ਖਾਸ ਸਮੇਂ ਮੂਰਤਾਂ ਵੱਲੋਂ ਮੁੜੇ ਸਨ। ਇਹ ਇੱਕ ਬੀਤੇ ਸਮੇਂ ਦਾ ਕਾਰਜ ਹੈ ਸੀ, ਪਰ ਉਹਨਾਂ ਦਾ ਮਨ ਫਿਰਾਉਣਾ ਇੱਕ ਵਰਤਮਾਨ ਕਿਰਿਆ ਦਾ ਨਾਲ ਸ਼ਾਮਲ ਹੋਣਾ ਸੀ। ਜਦੋਂ ਉਹ ਬੁੱਤਾਂ ਤੋਂ ਮੁੜੇ ਸਨ ਤਦ ਉਹ ਇੱਕ ਜਿਉਂਦੇ ਅਤੇ ਸੱਚੇ ਪਰਮੇਸ਼ਰ ਦੀ ਸੇਵਾ ਕਰਨ ਨੂੰ ਮੁੜੇ ਸਨ। ਇਸ ਤਰ੍ਹਾਂ ਜੋ ਕੁਝ ਬੀਤੇ ਸਮੇਂ ਦੇ ਵਿੱਚ ਵਰਪਿਆ ਸੀ, ਉਹਦਾ ਅਸਰ ਵਰਤਮਾਨ ਸਮੇਂ ਦੇ ਵਿੱਚ ਉਹਨਾਂ ਦੇ ਉੱਤੇ ਹੋਇਆ ਸੀ। ਜਦੋਂ ਉਹ ਮੂਰਤੀਆਂ ਤੋਂ ਮੁੜੇ ਸਨ ਤਦ ਉਹ ਪਰਮੇਸ਼ਰ ਵੱਲ ਮੁੜੇ ਸਨ ਅਤੇ ਉਹਨਾਂ ਨੇ ਪਰਮੇਸ਼ਰ ਦੀ ਸੇਵਾ ਕਰਨੀ ਆਰੰਭ ਕੀਤੀ ਸੀ। ਇਹ ਜ਼ਾਹਿਰ ਸੀ ਕਿ ਉਹਨਾਂ ਦੀ ਮਸੀਹਤ ਸੱਚੀ ਸੀ, ਕਿਉਂਕਿ ਜਦੋਂ ਆਪ ਬਚ ਜਾਂਦੇ ਹੋ, ਜਦੋਂ ਆਪ ਸੱਚਮੁੱਚ ਪਰਮੇਸ਼ਰ ਵੱਲ ਮੁੜਦੇ ਹੋ, ਤਦ ਪਹਿਲੀ ਗੱਲ ਜੋ ਆਪ ਕਰਨੀ ਚਾਹੁੰਦੇ ਹੋ ਉਹ ਇਹ ਹੈ ਇੱਕ ਨਿਕਾਸ ਨੂੰ ਲੱਭਣਾ। ਆਪ ਪਰਮੇਸ਼ਰ ਦੀ ਸੇਵਾ ਕਰਨ ਦੇ ਯੋਗ ਹੋਣ ਦੀ ਖੁਆਇਸ਼ ਰੱਖਦੇ ਹੋ। ਆਪ ਕੁਝ ਕਰਨ ਦੀ ਖੁਆਇਸ਼ ਰੱਖਦੇ ਹੋ। ਆਪ ਤਾਂ ਬਸ ਬੈਠ ਕੇ ਖਿਜਣਾ ਅਤੇ ਬੁੱਤ ਹੋਣ ਦੀ ਖੁਆਇਸ਼ ਨਹੀਂ ਰੱਖਦੇ, ਜਿਸ ਤਰ੍ਹਾਂ ਕਿ ਜ਼ਿਆਦਾਤਰ ਲੋਕ ਕਲੀਸਿਆ ਦੇ ਵਿੱਚ ਕਰਦੇ ਹਨ। ਆਪ ਸੇਵਾ ਕਰਨ ਦੇ ਵਿੱਚ ਸ਼ਾਮਲ ਹੋਣ ਦੀ ਖੁਆਇਸ਼ ਰੱਖਦੇ ਹੋ। ਆਪ ਦੀ ਨੇਚਾ ਦੇ ਸਭ ਤੋਂ ਮਹਾਨ ਸਬੂਤਾਂ ਵਿੱਚੋਂ ਇੱਕ ਸੇਵਾ ਹੈ, ਉਹ ਸੇਵਾ ਜੋ ਪਰਮੇਸ਼ਰ ਨੇ ਆਪ ਨੂੰ ਇਸ ਕਲੀਸਿਆ ਦਾ ਕਿਸੇ ਵੀ ਕਲੀਸਿਆ ਦੇ ਵਿੱਚ ਬਖਸ਼ੀ ਹੈ, ਜੇਕਰ ਆਪ ਸੱਚਮੁੱਚ ਮੂਰਤੀਆਂ ਤੋਂ ਸੱਚੇ ਅਤੇ ਜਿਉਂਦੇ ਪਰਮੇਸ਼ਰ ਵੱਲ ਮੁੜ ਚੁੱਕੇ ਹੋ। ਤਦ ਕਿਧਰੇ ਨਾ ਕਿਧਰੇ ਇਸ ਦੇ ਦੌਰਾਨ ਆਪ ਆਪਣੀ ਨੇਚਾ ਦਾ ਪ੍ਰਗਟਾਵਾ ਸੇਵਾ ਦੇ ਵਿੱਚ ਲੱਗੇ ਹੋਣ ਦੇ ਇੱਕ ਵਸੀਲੇ ਨੂੰ ਭਾਲਣ ਵਿੱਚ ਪਾਉਣ ਜਾ ਰਹੇ ਹੋ। ਉਹ ਬੀਤੇ ਸਮੇਂ ਵਿੱਚ ਮੂਰਤੀਆਂ ਤੋਂ ਇਸ ਵਰਤਮਾਨ ਸਮੇਂ ਵਿੱਚ ਜਿਉਂਦੇ ਅਤੇ ਸੱਚੇ ਪਰਮੇਸ਼ਰ ਦੀ ਸੇਵਾ ਵੱਲ ਮੁੜੇ ਸਨ। ਇੱਕ ਭਵਿੱਖ ਦਾ ਕੰਮ ਵੀ ਸੀ। ਉਹਨਾਂ ਦਾ ਮਨ ਫਿਰਾਉਣ ਦੇ ਵਿੱਚ ਇੱਕ ਭਵਿੱਖ ਦੀ ਆਸ ਜੁੜੀ ਹੋਈ ਸੀ। ਇੱਥੇ ਆਖਿਆ ਗਿਆ ਹੈ, ਉਸ ਦੇ ਪੁੱਤਰ ਨੂੰ ਆਕਾਸ਼ ਤੋਂ ਸਵਰਗ ਤੋਂ ਆਉਣ ਦੀ ਉਡੀਕ ਕਰਨ ਲਈ। ਹੁਣ ਬਸ ਇਸ ਸੱਚਾਈ ਦੇ ਬਾਰੇ ਸੋਚੋ ਕਿ ਥੈਸਲੋਨੀਕੀਆ ਦੇ ਵਿੱਚ ਪਾਈ ਜਾਣ ਵਾਲੀ ਇਹ ਕਲੀਸਿਆ ਕਾਫੀ ਸਮੇਂ ਤੋਂ ਮੌਜੂਦ ਸੀ, ਅਤੇ ਫਿਰ ਵੀ ਉਸ ਕਲੀਸਿਆ ਦੇ ਅੰਦਰ ਉਹਨਾਂ ਲੋਕਾਂ ਦੇ ਅੰਦਰ ਇਹ ਗੱਲ ਸਾਂਝੀ ਸੀ ਕਿ ਉਹਨਾਂ ਦਾ ਇੱਕ ਮਜ਼ਬੂਤ ਮਨ ਫਿਰਾਅ ਹੋਇਆ ਸੀ, ਜੋ ਕਿ ਬੀਤੇ ਸਮੇਂ ਦੇ ਵਿੱਚ ਵਰਪਿਆ ਸੀ। ਵਰਤਮਾਨ ਸਮੇਂ ਵਿੱਚ ਉਹ ਜਿਉਂਦੇ ਅਤੇ ਸੱਚੇ ਪਰਮੇਸ਼ਰ ਦੀ ਸੇਵਾ ਕਰ ਰਹੇ ਸਨ, ਅਤੇ ਉਹਨਾਂ ਨੂੰ ਇੱਕ ਦਬਾਉਣ ਵਾਲੀ ਆਸ ਉਹਨਾਂ ਵਿੱਚ ਪਾਈ ਜਾਂਦੀ ਸੀ ਕਿ ਯਿਸੂ ਮਸੀਹ ਵਾਪਸ ਆ ਰਿਹਾ ਹੈ। ਉਹਨਾਂ ਦੀਆਂ ਅੱਖਾਂ ਹਮੇਸ਼ਾ ਹੈਰਾਨ ਹੁੰਦੀਆਂ ਅਤੇ ਇੰਤਜ਼ਾਰ ਕਰਦੀਆਂ ਅਤੇ ਪ੍ਰਭੂ ਯਿਸੂ ਮਸੀਹ ਦੇ ਵਾਪਸ ਆਉਣ ਦੀ ਆਸ ਕਰਦਿਆਂ ਉਸ ਦੇ ਮੇਲ ਦੇ ਉੱਤੇ ਟਿਕੀਆਂ ਹੋਈਆਂ ਸਨ। ਆਪ ਵਿੱਚ ਕੁਝ ਆਖਦੇ ਹਨ, ਇਹ ਤਾਂ ਕਾਫੀ ਸਮਾਂ ਪਹਿਲਾਂ ਸੀ ਅਤੇ ਯਿਸੂ ਜੀ ਅਜੇ ਵੀ ਵਾਪਸ ਨਹੀਂ ਆਏ। ਜੇਕਰ ਉਹਨਾਂ ਨੇ ਆਸ ਕੀਤੀ ਹੁੰਦੀ ਕਿ ਉਹਨਾਂ ਦੇ ਜੀਵਨ ਦੇ ਸਮੇਂ ਵਿੱਚ ਵਾਪਸ ਆ ਰਿਹਾ ਸੀ ਅਤੇ ਉਹ ਵਾਪਸ ਨਹੀਂ ਸੀ ਆਇਆ, ਤਦ ਉਹਨਾਂ ਸਾਰੇ ਵਰਿਆਂ ਦੇ ਉੱਤੇ ਨਜ਼ਰ ਮਾਰੋ ਜੋ ਕੀ ਬੀਤ ਚੁੱਕੇ ਹਨ, ਅਤੇ ਉਹ ਤਾਂ ਅਜੇ ਵੀ ਵਾਪਸ ਨਹੀਂ ਆਇਆ ਹੈ। ਮੈਂ ਆਪ ਨੂੰ ਦੱਸ ਦੇਵਾਂ ਕਿ ਮੈਂ ਇਸ ਦੇ ਬਾਰੇ ਕੀ ਜਾਣਦਾ ਹਾਂ। ਉਹ ਸਭ ਜੋ ਸਾਨੂੰ ਦੱਸਦਾ ਉਹ ਇਹ ਹੈ ਕਿ ਉਸ ਦਾ ਆਉਣਾ ਉਸ ਨਾਲੋਂ ਨਜ਼ਦੀਕ ਹੈ ਜਿੰਨਾ ਇਹ ਉਸ ਸਮੇਂ ਸੀ। ਕਿ ਇਹ ਇਸ ਤਰ੍ਹਾਂ ਨਹੀਂ ਹੈ? ਉਸ ਨਾਲੋਂ ਨੇੜੇ ਜਿਨ੍ਹਾਂ
ਇਹ ਉਸ ਸਮੇਂ ਸੀ ਉਸ ਨਾਲੋਂ ਨੇੜੇ ਜਿੰਨਾ ਇਹ ਗੱਲ ਸੀ। ਜੇਕਰ ਉਸ ਜ਼ਮਾਨੇ ਵਿੱਚ ਉਹਨਾਂ ਨੇ ਉਸ ਦੇ ਆਉਣ ਦੀ ਆਸ ਰੱਖੀ ਸੀ, ਤਦ ਸਾਨੂੰ ਆਪਣੇ ਜ਼ਮਾਨੇ ਵਿੱਚ ਵੀ ਇਸ ਦੀ ਆਸ ਕਿਵੇਂ ਕਰਨੀ ਚਾਹੀਦੀ ਹੈ। ਅੱਜ ਕੁਝ ਸਮੇਂ ਬਾਅਦ ਇਸ ਦੇ ਬਾਰੇ ਹੋਰ ਗੱਲਬਾਤ ਕਰਾਂਗੇ। ਉਹਨਾਂ ਦੀ ਨੇਚਾ ਬਾਰੇ ਕੋਈ ਸ਼ੱਕ ਨਹੀਂ ਸੀ। ਇਸ ਸਾਰੀ ਭਰੋਸੇ ਦੇ ਵਿੱਚ ਉਹਨਾਂ ਦੀ ਭਰਪੂਰਤਾ ਵਾਲੀ ਜੀਵਨ ਸ਼ੈਲੀ ਨਿਕਲੀ ਸੀ। ਆਪ ਇੱਕ ਪ੍ਰਸਕ ਨੇਚਾ ਰੱਖ ਸਕਦੇ ਹੋ ਜੇਕਰ ਆਪ ਆਪਣੀ ਖੁਦ ਦੀ ਨੇਚਾ ਦੇ ਬਾਰੇ ਨਿਸ਼ਚਿੰਤ ਵੀ ਨਾ ਹੋਵੋ। ਆਪ ਕਿਸੇ ਨੂੰ ਇਸ ਦੀ ਗਵਾਹੀ ਨਹੀਂ ਦੇ ਸਕਦੇ ਜਦੋਂ ਆਪ ਉਹਨਾਂ ਨੂੰ ਪ੍ਰਭੂ ਦੇ ਬਾਰੇ ਦੱਸਣ ਦੀ ਕੋਸ਼ਿਸ਼ ਕਰ ਰਹੇ ਹੋਵੋ, ਤਦ ਉਹ ਆਪ ਨੂੰ ਪੁੱਛਣ ਜਾ ਰਹੇ ਹਨ, ਸਾਨੂੰ ਆਪਣੇ ਅਨੁਭਵ ਦੇ ਬਾਰੇ ਦੱਸੋ। ਮੈਂ ਸੋਚਦਾ ਹਾਂ ਕਿ ਮੈਂ ਬਚਾਇਆ ਗਿਆ ਹਾਂ। ਮੈਨੂੰ ਯਾਦ ਹੈ ਕਿ ਮੈਂ ਉਸ ਵੇਲੇ ਬੀਤੇ ਸਮੇਂ ਵਿੱਚ ਇੱਕ ਤਰ੍ਹਾਂ ਦਾ ਅਨੁਭਵ ਪ੍ਰਾਪਤ ਕੀਤਾ ਸੀ। ਨਹੀਂ ਮੇਰੇ ਦੋਸਤੋ, ਜੇਕਰ ਆਪ ਇੱਕ ਪ੍ਰਸਕ ਨੇਚਾ ਪਾਉਣ ਜਾ ਰਹੇ ਹੋ, ਤਦ ਆਪ ਨੂੰ ਇਹ ਜਾਣਨਾ ਪੈਣਾ ਹੈ ਨਿਸ਼ਚਿੰਤਾ ਦੇ ਨਾਲ ਕਿ ਆਪ ਪਰਮੇਸ਼ਰ ਦੇ ਨਾਲ ਕਿੱਥੇ ਖੜੇ ਹੋ। ਆਪ ਦੇ ਮਨ ਫਿਰੌ ਦੇ ਬਾਰੇ ਸਭ ਕੀ ਕੁਝ ਹੈ ਅਤੇ ਆਪ ਨੂੰ ਮੂਰਤੀਆਂ ਤੋਂ ਮੁੜ ਕੇ ਸੱਚੇ ਪਰਮੇਸ਼ਰ ਅਤੇ ਜਿਉਂਦੇ ਪਰਮੇਸ਼ਰ ਦੀ ਸੇਵਾ ਲਈ ਮੁੜਨਾ ਪੈਣਾ ਹੈ। ਇਸ ਕਰਕੇ ਉਹਨਾਂ ਦੀ ਸ਼ਕਤੀ ਇੰਨੀ ਸਪਸ਼ਟ ਸੀ। 3 ਐਤ ਵਿੱਚ ਪਾਲੂਸ ਉਹਨਾਂ ਦੀ ਨੇਚਾ ਦੇ ਕੰਮ ਦਾ ਜ਼ਿਕਰ ਕਰਦਾ ਹੈ ਅਤੇ ਉਹਨਾਂ ਦੇ ਪ੍ਰੇਮ ਦੀ ਸੇਵਾ ਅਤੇ ਮਿਹਨਤ ਬਾਰੇ ਇੱਥੇ ਉਹ ਇਹੋ ਜਿਹੇ ਲੋਕਾਂ ਦੀ ਇੱਕ ਤਸਵੀਰ ਉਲੀਕਦਾ ਹੈ ਜੋ ਉਹਨਾਂ ਦੇ ਮਸੀਹੀ ਬਣਨ ਤੋਂ ਬਾਅਦ ਬਸ ਆਪਣੇ ਹੱਥ ਉੱਤੇ ਨਹੀਂ ਸੀ ਬੈਠੇ ਹੋਏ। ਉਹਨਾਂ ਦੇ ਕੋਲ ਇੱਕ ਨੇਚਾ ਦਾ ਕਾਰਜ ਅਤੇ ਪ੍ਰੇਮ ਦੀ ਮਿਹਨਤ ਸੀ। ਇਹ ਚੀਜ਼ਾਂ ਇਕੱਠੀਆਂ ਨਹੀਂ ਜਾਪਦੀਆਂ ਕਿ ਇਸੇ ਤਰ੍ਹਾਂ ਉਹ ਜਾਪਦੀਆਂ ਹਨ। ਨੇਚਾ ਦਾ ਕਾਰਜ ਅਤੇ ਪ੍ਰੇਮ ਦੀ ਮਿਹਨਤ, ਇਹਨਾਂ ਵਿਸ਼ਵਾਸੀਆਂ ਨੇ ਆਪਣੇ ਮੁਕਤੀਦਾਤਾ ਲਈ ਥੱਕ ਜਾਣ ਤੱਕ ਮਿਹਨਤ ਕੀਤੀ ਸੀ। ਉਹਨਾਂ ਦੇ ਕੋਲ ਉਹਨਾਂ ਦੀ ਨੇਚਾ ਤੱਕ ਇੱਕ ਸ਼ਕਤੀਸ਼ਾਲੀ ਪਹੁੰਚ ਹੈ ਸੀ। ਐੜਾ ਭਾਗ ਉਹਨਾਂ ਦੀ ਸ਼ਕਤੀ ਝਗੜਾਲੂ ਵਰਤਾਓ ਤੋਂ ਮਿਲੀ ਸੀ। ਅਧਿਆਏ ਦੀ 3 ਐਤ ਹੁਣ ਸਾਡੀ ਰੂਪਰੇਖਾ ਵਿੱਚ ਇਹ ਭਾਗ ਇਸ ਤਰ੍ਹਾਂ ਬਿਆਨ ਹੈ। ਉਹਨਾਂ ਦੀ ਸ਼ਕਤੀ ਸਿਰਫ ਉਹਨਾਂ ਦੇ ਸੱਚੇ ਮਨ ਫਿਰੌ ਤੋਂ ਨਹੀਂ ਸੀ ਮਿਲੀ, ਪਰ ਉਹਨਾਂ ਦੀ ਸ਼ਕਤੀ ਉਹਨਾਂ ਦੇ ਝਗੜਾਲੂ ਵਤੀਰੇ ਤੋਂ ਮਿਲੀ ਸੀ। 3 ਐਤ ਬਾਰੇ ਗੌਰ ਕਰੋ। ਅਤੇ ਤੁਹਾਡੀ ਨੇਚਾ ਦਾ ਕੰਮ ਅਤੇ ਪ੍ਰੇਮ ਦੀ ਮਿਹਨਤ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਤੇ ਤੁਹਾਡੀ ਆਸ਼ਾ ਦੀ ਧੀਰਜ ਆਪਣੇ ਪਰਮੇਸ਼ਰ ਅਤੇ ਪਿਤਾ ਦੇ ਅੱਗੇ ਨਿਤ ਚੇਤੇ ਕਰਦੇ ਹਾਂ। ਉਹ ਨੇਚਾ ਜੋ ਉਹਨਾਂ ਦੇ ਕੋਲ ਸੀ, ਉਸ ਨੇ ਉਹਨਾਂ ਦੇ ਜੀਵਨ ਵਿੱਚ ਕਾਰਜ ਇੱਕ ਪ੍ਰਾਣੀ ਦਾ ਇੱਕ ਵਿਕਾਸ ਕੀਤਾ ਸੀ। ਉਹਨਾਂ ਨੇ ਆਪਣੇ ਜੀਵਨ ਦੇ ਨਾਲ ਪਰਮੇਸ਼ਰ ਦੀ ਸੇਵਾ ਕੀਤੀ ਸੀ। ਉਹਨਾਂ ਦਾ ਪ੍ਰੇਮ ਉਸ ਦੇ ਦੁਆਰਾ ਪ੍ਰੇਰਿਆ ਗਿਆ ਸੀ ਜੋ ਕੁਝ ਉਹਨਾਂ ਦੇ ਜੀਵਨ ਦੇ ਵਿੱਚ ਵਰਪਿਆ ਸੀ। ਉਹ ਨੇਚਾ ਦੇ ਦੁਆਰਾ, ਉਹ ਪ੍ਰੇਮ ਦੇ ਦੁਆਰਾ ਇੱਕ ਬਾਹਰੀ ਤਰੀਕੇ ਦੇ ਨਾਲ ਪ੍ਰਤੀਕ ਕੀਤੇ ਗਏ ਸਨ। ਉਹਨਾਂ ਦੀ ਆਦ ਦਾ ਧੀਰਜ ਇਸ ਸਚਾਈ ਦੇ ਨਾਲ ਜੁੜਿਆ ਹੋਇਆ ਸੀ ਕਿ ਉਹ ਯਿਸੂ ਮਸੀਹ ਦੇ ਵਾਪਸ ਆਉਣ ਵਾਲੇ ਅੱਗੇ ਤੱਕ ਰਹੇ ਸਨ ਅਤੇ ਉਹਨਾਂ ਨੂੰ ਸਵਰਗ ਦੀ ਸੱਚੀ ਨਿਸ਼ਚਿੰਤਾ ਬਖਸ਼ੀ ਜਾ ਰਹੀ ਸੀ। ਇਸ ਕਲੀਸਿਆ ਦੇ ਵਿੱਚ ਪ੍ਰਸਕ ਮਸੀਹੀ ਪਾਏ ਜਾਂਦੇ ਸਨ ਅਤੇ ਉਹ ਉਹਨਾਂ ਦੀ ਨੇਚਾ ਦੇ ਬਾਰੇ ਕਾਰਜਸ਼ੀਲ ਸਨ। ਜੇਕਰ ਆਪ ਇਹਨਾਂ ਸਾਰੇ ਸ਼ਬਦਾਂ ਉੱਪਰ ਗੌਰ ਕਰੋ, ਕੰਮ, ਮਿਹਨਤ, ਜੇਕਰ ਆਪ ਇਸ ਉੱਤੇ ਗੌਰ ਕਰੋ ਕਿ ਉਹਨਾਂ ਦੇ ਬਚਾਏ ਜਾਣ ਤੋਂ ਬਾਅਦ ਕੀ ਵਰਪਿਆ ਸੀ, ਤਦ ਉਹ ਇੱਕ ਮੁਰਦਾ ਕਲੀਸਿਆ ਨਹੀਂ ਸਨ, ਉਹ ਤਾਂ ਇੱਕ ਕਾਰਜਸ਼ੀਲ ਕਲੀਸਿਆ ਹੈ। ਆਪ ਵਿੱਚੋਂ ਕਿੰਨੇ ਕੁ ਜਾਣਦੇ ਹਨ ਕਿ ਆਪ ਇੱਕ ਕਲੀਸਿਆ ਦੇ ਅੰਦਰ ਅੱਜ ਚੱਲਦੇ ਫਿਰਦੇ ਹੋ ਸਕਦੇ ਹੋ, ਉੱਥੇ ਕੁਝ ਸਮੇਂ ਦੇ ਲਈ ਹੋ ਸਕਦੇ ਹੋ, ਤਦ ਆਪ ਕਰੀਬ ਦੱਸ ਸਕਦੇ ਹੋ ਕਿ ਇਹ ਕਲੀਸਿਆ ਇੱਕ ਕਾਰਜਸ਼ੀਲ ਕਲੀਸਿਆ ਹੈ ਜਾਂ ਨਹੀਂ। ਕੁਝ ਲੋਕਾਂ ਨੇ ਆਖਿਆ ਸੀ ਕਿ ਜੋ ਕਲੀਸਿਆ ਹਨ ਉਹ 2 ਕਿਸਮ ਦੇ ਲੋਕਾਂ ਦੀਆਂ ਬਣੀਆਂ ਹੋਈਆਂ ਹਨ। ਇੱਕ ਹਨ ਖੰਬੇ ਜੋ ਕਿ ਇਸ ਨੂੰ ਉੱਪਰ ਚੁੱਕੀ ਰੱਖਦੇ ਹਨ ਅਤੇ ਦੂਸਰੇ ਹਨ ਲਾਰਬਾਂ ਜੋ ਕਿ ਇਸ ਦੇ ਅੰਦਰ ਆ ਘੁੰਮਦੇ ਹਨ ਅਤੇ ਹਰ ਹਫ਼ਤੇ ਅੰਦਰ ਬਾਹਰ ਜਾਂਦੇ ਆਉਂਦੇ ਰਹਿੰਦੇ ਹਨ। ਮੈਂ ਸੋਚਦਾ ਹਾਂ ਕਿ ਕਦੇ-ਕਦੇ ਇਸ ਦੇ ਵਿੱਚ ਸਚਾਈ ਜ਼ਰੂਰੀ ਹੁੰਦੀ ਹੈ। ਆਪ ਜਾਣਦੇ ਹੋ ਮੇਰੇ ਇਸ ਤੋਂ ਕੀ ਭਾਵ ਹੈ। ਇਹੋ ਜਿਹੇ ਲੋਕ ਹਨ ਜੋ ਕਲੀਸਿਆ ਵਿੱਚ ਬਸ ਇਸੇ ਕਰਕੇ ਆਉਂਦੇ ਹਨ ਕਿਉਂਕਿ ਇਹ ਕਲੀਸਿਆ ਵਿੱਚ ਜਾਣ ਦਾ ਸਮਾਂ ਹੈ ਅਤੇ ਉਹ ਕਾਰਜਸ਼ੀਲ ਨਹੀਂ ਹਨ ਅਤੇ ਕੁਝ ਵੀ ਨਹੀਂ ਵਾਪਰ ਰਿਹਾ। ਮੈਂ ਇਸ ਤਰ੍ਹਾਂ ਕਲੀਸਿਆ ਦਾ ਹਿੱਸਾ ਹੋਣ ਕਦੇ ਵੀ ਪਸੰਦ ਨਹੀਂ ਕਰਦਾ। ਮੈਂ ਤਾਂ ਇਹੋ ਜਿਹੀ ਕਲੀਸਿਆ ਦਾ ਇੱਕ ਹਿੱਸਾ ਹੋਣ ਦੀ ਖੁਆਇਸ਼ ਰੱਖਦਾ ਹਾਂ ਜੋ ਕਿ ਸ਼ਕਤੀਸ਼ਾਲੀ ਅਤੇ ਸਥਿਰ ਹੋਵੇ ਅਤੇ ਉਸ ਵਿੱਚ ਬਹੁਤ ਕੁਝ ਕਰਨ ਲਈ ਹੋਵੇ ਜੋ ਕੁਝ ਅਸੀਂ ਕਰ ਸਕੀਏ ਅਤੇ ਸਾਡੇ ਵਿੱਚੋਂ ਕੁਝ ਕੁ ਤਾਂ ਜਿਨ੍ਹਾਂ ਸਾਨੂੰ ਕਰਨਾ ਚਾਹੀਦਾ ਹੈ ਉਸ ਨਾਲੋਂ ਵੀ ਸਖਤ ਮਿਹਨਤ ਕਰਦੇ ਹਾਂ ਕਿਉਂਕਿ ਉੱਥੇ ਪਰਮੇਸ਼ਰ ਦੀ ਪਾਤਸ਼ਾਹੀ ਦੇ ਲਈ ਕੁਝ ਨਾ ਕੁਝ ਸਥਾਪਿਤ ਕਰਨ ਵਾਲਾ ਹੁੰਦਾ ਹੈ ਜਿਸ ਨੂੰ ਅਸੀਂ ਇੱਕ ਦਿੱਤੇ ਹੋਏ ਜੀਵਨ ਦੇ ਸਮੇਂ ਵਿੱਚ ਕਰ ਸਕਦੇ ਹਾਂ। ਅਸੀਂ ਆਪਣੇ ਜੀਵਨ ਦੇ ਅੰਤ ਵਿੱਚ ਪਹੁੰਚ ਕੇ ਪਿੱਛੇ ਤੱਕਦਿਆਂ ਇਹ ਆਖਣ ਦੇ ਯੋਗ ਨਹੀਂ ਹੋ ਸਕਦੇ ਕਿ ਜੋ ਕੁਝ ਵੀ ਉੱਥੇ ਕਰਨ ਵਾਲਾ ਹੈ ਮੈਂ ਉਹ ਸਭ ਕੁਝ ਕਰ ਚੁੱਕਾ ਹਾਂ। ਪਰ ਪਰਮੇਸ਼ਰ ਦੀ ਵਡਿਆਈ ਹੋਵੇ ਕਿ ਅਸੀਂ ਆਪਣੇ ਜੀਵਨ ਦੇ ਪਿੱਛੇ ਤੱਕ ਕੇ ਆਖ ਸਕਦੇ ਹਾਂ ਪ੍ਰਭੂ ਪਰਮੇਸ਼ਰ ਜੋ ਕੁਝ ਆਪ ਨੇ ਸਾਨੂੰ ਕਰਨ ਨੂੰ ਆਖਿਆ ਸੀ ਅਸੀਂ ਉਹ ਸਭ ਕੀਤਾ ਅਤੇ ਜੇਕਰ ਅਸੀਂ ਇਸੇ ਤਰ੍ਹਾਂ ਕਰਦੇ ਹਾਂ ਤਦ ਪਰਮੇਸ਼ਰ ਦੇ ਕਾਰਜ ਨੂੰ ਕਰਨ ਵਾਲੀ ਸ਼ਕਤੀ ਦੇ ਨਾਲ ਅਸੀਂ ਭਰ ਜਾਵਾਂਗੇ। ਇੱਕ ਪ੍ਰਸਕ ਮਸੀਹ ਉਹ ਹੁੰਦਾ ਹੈ ਜੋ ਕਿ ਸ਼ਕਤੀਪੂਰਨ ਹੋਵੇ।
ਜੋ ਕਿ ਕੁਝ ਇਹੋ ਜਿਹਾ ਕਰ ਰਿਹਾ ਹੋਵੇ ਜੋ ਉਸ ਦੇ ਲਈ ਉਤਸ਼ਾਹਪੂਰਨ ਹੋਵੇ, ਜੋ ਕੁਝ ਇਹੋ ਜਿਹਾ ਹੋਵੇ ਜੋ ਉਹਨਾਂ ਨੂੰ ਸਵੇਰੇ ਬਿਸਤਰ ਵਿੱਚੋਂ ਬਾਹਰ ਕੱਢਦਾ ਹੈ। ਜੇਕਰ ਆਪ ਇਸ ਤਰ੍ਹਾਂ ਦੇ ਨਹੀਂ ਹੋ ਅਤੇ ਜੇਕਰ ਆਪ ਦੀ ਮਸੀਹਤ ਇਸ ਤਰ੍ਹਾਂ ਦੀ ਨਹੀਂ ਹੈ, ਤਦ ਆਪ ਨੂੰ ਕਿਸੇ ਆਪ ਤੋਂ ਅਗਲੇ ਦੇ ਕੋਲ ਜਾਣ ਦੀ ਜ਼ਰੂਰਤ ਹੈ, ਜਿਹਦੇ ਕੋਲ ਕੋਈ ਅਸਲ ਬਿਮਾਰੀ ਹੈ, ਅਤੇ ਉਸ ਬਿਮਾਰੀ ਨੂੰ ਫੜੋ ਅਤੇ ਉਸ ਛੂਤ ਨੂੰ ਅਗਲੇ ਸਤਰ ਤੱਕ ਲੈ ਕੇ ਜਾਓ। ਭਾਗ 2, ਪ੍ਰਸਾਰਕ ਮਸੀਹ ਸਥਾਪਿਤ ਕੀਤੇ ਜਾਂਦੇ ਹਨ। 5 ਐਤ ਆਓ ਅਸੀਂ ਇੱਕ ਪ੍ਰਸਾਰਕ ਮਸੀਹ ਦੇ ਦੁਆਰਾ ਦੂਸਰੇ ਚਿੰਨ੍ਹ ਵੱਲ ਨਜ਼ਰ ਮਾਰੀਏ। ਗੌਰ ਕਰੋ ਕਿ 5ਵੀਂ ਐਤ ਵਿੱਚ ਕੀ ਆਖਦਾ ਹੈ। ਇਸ ਲਈ ਜੋ ਸਾਡੀ ਖੁਸ਼ਖਬਰੀ ਨਿਰੀਆਂ ਗੱਲਾਂ ਹੀ ਗੱਲਾਂ ਨਹੀਂ ਸੀ, ਸਗੋਂ ਸਾਮਰਥ ਨਾਲ ਅਤੇ ਪਵਿੱਤਰ ਆਤਮਾ ਅਤੇ ਪੂਰੇ ਯਕੀਨ ਨਾਲ ਵੀ ਤੁਹਾਡੇ ਕੋਲ ਪਹੁੰਚੀ ਹੈ। ਜਿਵੇਂ ਤੁਸੀਂ ਜਾਣਦੇ ਹੋ ਜੋ ਤੁਹਾਡੇ ਨਿਮਿਤ ਤੁਸਾਂ ਨਾਲ ਸਾਡਾ ਕਿਹੋ ਜਿਹਾ ਵਰਤਾਵਾ ਸੀ। ਬਾਈਬਲ ਆਖਦੀ ਹੈ ਕਿ ਖੁਸ਼ਖਬਰੀ ਬਹੁਤ ਨਿਸ਼ਚਿੰਤਾ ਦੇ ਨਾਲ ਇਹਨਾਂ ਵਿਸ਼ਵਾਸੀਆਂ ਦੇ ਕੋਲ ਪਹੁੰਚੀ ਸੀ। ਇਹ ਬਚਨ ਉਸ ਆਜ਼ਾਦੀ ਅਤੇ ਨਿਰਤਨਤਾ ਦਾ ਜ਼ਿਕਰ ਕਰਦਾ ਹੈ ਜੋ ਕਿ ਪੌਲੁਸ ਅਤੇ ਉਸ ਦੇ ਸਾਥੀ ਕਾਮਿਆਂ ਨੇ ਪਾਈ ਸੀ ਜਦੋਂ ਕਿ ਉਹਨਾਂ ਨੇ ਤੁਸਨਿਲਕਿਆ ਵਿੱਚ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਉਹਨਾਂ ਨੇ ਪ੍ਰਚਾਰ ਕੀਤਾ, ਜਦੋਂ ਉਹ ਬੋਲੇ, ਜਦੋਂ ਉਹਨਾਂ ਨੇ ਯਹੂਦੀਆਂ ਦੀਆਂ ਪ੍ਰਾਰਥਨਾ ਭਾਵਨਾਵਾਂ ਦੇ ਵਿੱਚ ਸਿੱਖਿਆ ਅਤੇ ਘਰ ਘਰ ਜਾ ਕੇ ਅਤੇ ਲੋਕਾਂ ਨੇ ਉਹਨਾਂ ਨੂੰ ਸਿਖਾਉਣਾ ਸੁਣਿਆ, ਤਦ ਇਸ ਵਿੱਚ ਕੋਈ ਸ਼ੱਕ ਨਹੀਂ ਸੀ ਉਸ ਸ਼ਕਤੀ ਦੇ ਬਾਰੇ ਜੋ ਉਸ ਸੰਦੇਸ਼ ਵਿੱਚ ਪਾਈ ਜਾਂਦੀ ਸੀ। ਉਹਨਾਂ ਨੇ ਬੜੀ ਨਿਸ਼ਚਿੰਤਾ ਦੇ ਨਾਲ ਸੰਦੇਸ਼ ਨੂੰ ਸੁਣਾਇਆ ਅਤੇ ਉਹ ਇੱਕ ਸ਼ੱਕੀ ਮਸੀਹ ਹੋਣ ਦੇ ਵਜੋਂ ਨਹੀਂ ਸੀ ਗਿਣੇ ਗਏ, ਅਤੇ ਉਹਨਾਂ ਵਿੱਚ ਉਹਨਾਂ ਦੀ ਨੇਚਾ ਦੀ ਸੰਪੂਰਨ ਨਿਸ਼ਚਿਤਤਾ ਪਾਈ ਜਾਂਦੀ ਸੀ। ਉਹਨਾਂ ਨੇ ਸੱਚੇ ਵਚਨ ਨੂੰ ਪ੍ਰਾਪਤ ਕੀਤਾ ਸੀ ਅਤੇ ਉਹਨਾਂ ਨੇ ਮਸੀਹ ਨੂੰ ਕਬੂਲ ਕਰਨ ਦੇ ਇੱਕ ਬਾਹਰੀ ਅਨੁਭਵ ਦੇ ਵਿੱਚ ਆਨੰਦ ਪਾਇਆ ਸੀ, ਅਤੇ ਉਹਨਾਂ ਨੇ ਜਾਣ ਲਿਆ ਸੀ ਉਸ ਬਾਹਰੀ ਉਹਨਾਂ ਦੇ ਅਨੁਭਵ ਦੇ ਪ੍ਰਗਟਾਵੇ ਨੂੰ। ਮੈਂ ਆਪ ਨੂੰ ਪੁੱਛ ਲਵਾਂ, ਪੌਲੁਸ ਅਤੇ ਉਸਦੇ ਸਾਥੀਆਂ ਦੀ ਸਿੱਖਿਆ ਦੇ ਵਿੱਚ ਕਿਹੜੀ ਸ਼ਕਤੀ ਸੀ ਜੋ ਕਿ ਪਰਮੇਸ਼ਰ ਦੀ ਬਾਣੀ ਦਾ ਪ੍ਰਚਾਰ ਕਰਨ ਲਈ ਤੁਸਨਿਲਕਿਆ ਨੂੰ ਗਏ ਸਨ। ਆਪ ਉਹਨਾਂ ਸ਼ਬਦਾਂ ਦਾ ਜ਼ਿਕਰ ਕਰ ਸਕਦੇ ਹੋ ਜੋ ਉਹਨਾਂ ਨੇ ਬੋਲੇ ਸਨ। ਆਪ ਉਹਨਾਂ ਦੇ ਜੀਵਨ ਦੀ ਸ਼ਕਤੀ ਦੇ ਬਾਰੇ ਗੱਲ ਕਰ ਸਕਦੇ ਹੋ। ਪਰ ਜੇਕਰ ਆਪ ਨਵੇਂ ਨੇਮ ਦੇ ਬਾਰੇ ਕੁਝ ਜਾਣਦੇ ਹੋਵੋ, ਤਦ ਆਪ ਜਾਣਦੇ ਹੋ ਕਿ ਪੌਲੁਸ ਉਨਾ ਜ਼ਿਆਦਾ ਸ਼ਕਤੀਸ਼ਾਲੀ ਨਹੀਂ ਸੀ। ਕਿਸੇ ਨੇ ਆਖਿਆ ਸੀ ਕਿ ਪੌਲੁਸ ਇੱਕ ਛੋਟਾ ਜਿਹਾ ਛੋਟੇ ਕੱਦ ਦਾ ਯਹੂਦੀ ਸੀ, ਜਿਸ ਦਾ ਲੰਬਾ ਨੱਕ ਸੀ ਅਤੇ ਇੱਕ ਰੀਝਾ ਸਿਰ, ਅਤੇ ਸਭ ਤੋਂ ਵੱਧ ਨਾ ਅਕਸ਼ਰਕ ਵਿਅਕਤੀ ਸੀ ਜਿਸ ਨੂੰ ਆਪ ਕਦੇ ਵੀ ਤੱਕਣ ਦੀ ਖੁਆਇਸ਼ ਰੱਖਦੇ ਹੋਵੋ। ਹੁਣ ਮੈਂ ਤਾਂ ਇਸ ਦਾ ਸਬੂਤ ਨਹੀਂ ਦੇ ਸਕਦਾ, ਸਿਵਾਏ ਇਸ ਦੇ ਕਿ ਨਵੇਂ ਨੇਮ ਵਿੱਚ ਕੁਝ ਗੱਲਾਂ ਦਰਜ ਹਨ ਜੋ ਸਾਨੂੰ ਦੱਸਦੀਆਂ ਹਨ ਕਿ ਕੁਝ ਲੋਕਾਂ ਨੇ ਆਖਿਆ ਸੀ ਕਿ ਉਸ ਦਾ ਬੋਲਣਾ ਜੋ ਸੀ ਉਹ ਅਪਜਨਕ ਸੀ। ਉਹ ਇੱਕ ਵੱਡਾ ਮਹਾਨ ਵਕਤਾ ਨਹੀਂ ਸੀ। ਉਹ ਤਾਂ ਪਹਿਲੀ ਗ੍ਰੰਥੀਆਂ ਦੇ ਵਿੱਚ ਪਾਏ ਜਾਣ ਵਾਲੇ ਅਪਲੂਸ ਦੇ ਨਾਲ ਵੀ ਉਸ ਦੀ ਤੁਲਨਾ ਕੁਝ ਤਰੀਕਿਆਂ ਨਾਲ ਹੀ ਕੀਤੀ ਗਈ ਸੀ, ਅਤੇ ਫਿਰ ਵੀ ਇਹ ਇੱਕ ਮਨੁੱਖ ਹੈ ਜਿਸ ਨੇ ਮਸੀਹ ਦੇ ਲਈ ਉਹਨਾਂ ਦੇ ਉੱਤੇ ਪ੍ਰਭਾਵ ਪਾਇਆ ਸੀ। ਮੈਨੂੰ ਵਿਸ਼ਵਾਸ ਹੈ ਕਿ ਉਹ ਬੋਲਿਆ ਸੀ ਅਤੇ ਉਸ ਨੇ ਸਿਖਾਇਆ ਸੀ, ਅਤੇ ਉਸ ਦੇ ਵਿੱਚ ਇੱਕ ਅਤੁੱਲ ਬੁੱਧ ਪਾਈ ਜਾਂਦੀ ਸੀ ਅਤੇ ਇੱਕ ਮਹਾਨ ਮਨ। ਉਹ ਇੱਕ ਵੱਡਾ ਮਹਾਨ ਦਲੀਲ ਦੇਣ ਵਾਲਾ ਸੀ। ਉਸ ਨੇ ਦਲੀਲਾਂ ਦਿੱਤੀਆਂ ਅਤੇ ਉਸ ਨੇ ਸਲਾਹ ਦਿੱਤੀ ਸੀ ਅਤੇ ਉਸ ਨੇ ਸੱਚਾਈ ਨੂੰ ਸਮਝਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਸੀ। ਜੇਕਰ ਆਪ ਨਵੇਂ ਨੇਮ ਦੇ ਬਾਕੀ ਹਿੱਸਿਆਂ ਦਾ ਅਧਿਐਨ ਕਰੋ, ਉਸ ਦੇ ਜੀਵਨ ਦੀ ਸ਼ਕਤੀ ਦੇ ਬਾਰੇ ਜਿਸ ਨੇ ਇਹਨਾਂ ਵਿਸ਼ਵਾਸੀਆਂ ਨੂੰ ਸੰਪੂਰਨ ਨਿਸ਼ਚਿਤਤਾ ਬਖਸ਼ੀ, ਉਹ ਇਹ ਨਹੀਂ ਸੀ ਜੋ ਕੁਝ ਪੌਲੁਸ ਨੇ ਆਖਿਆ ਸੀ, ਪਰ ਇਹ ਇੱਕ ਪੌਲੁਸ ਨੇ ਕਿਵੇਂ ਜੀਵਨ ਜੀਆ ਸੀ। ਇਹ ਅਸਲੀਅਤ ਸੀ ਕਿ ਉਸ ਨੇ ਠੀਕ ਆਪਣੇ ਜੀਵਨ ਉਹਨਾਂ ਲਈ ਨਿਸ਼ਾਵਰ ਕੀਤਾ ਸੀ। ਇਹ ਕੀ ਉਹਨਾਂ ਨੇ ਉਸ ਨੂੰ ਵੇਖਿਆ ਸੀ, ਉਹਦਾ ਨਿਖਣ ਕੀਤਾ ਸੀ ਕਿ ਜੋ ਉਹ ਆਪਣੇ ਮੂੰਹ ਦੇ ਨਾਲ ਐਲਾਨ ਕਰ ਰਿਹਾ ਸੀ ਉਹ ਉਸਦੇ ਜੀਵਨ ਦੇ ਵਿੱਚ ਸੱਚ ਸੀ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਕਿਸੇ ਨੂੰ ਇਹੋ ਜਿਹੇ ਵਿਅਕਤੀ ਨੂੰ ਸਵੀਕਾਰ ਕਰਨਾ ਆਸਾਨ ਹੁੰਦਾ ਹੈ ਜੋ ਬਸ ਕੁਝ ਆਖਦਾ ਹੀ ਹੋਵੇ। ਇਹੋ ਜਿਹੇ ਵਿਅਕਤੀ ਨੂੰ ਸਵੀਕਾਰ ਕਰਨਾ ਆਸਾਨ ਨਹੀਂ ਹੁੰਦਾ ਜੋ ਕੁਝ ਆਖਦਾ ਹੋਵੇ ਅਤੇ ਆਪ ਦੇ ਸਾਹਮਣੇ, ਆਪ ਦੇ ਦੇਖਣ ਦੇ ਲਈ, ਆਪ ਦੀਆਂ ਅੱਖਾਂ ਦੇ ਸਾਹਮਣੇ ਜਿਉਂਦੇ ਹੋਵੇ ਅਤੇ ਆਪ ਉਸ ਨੂੰ ਦੇਖਦੇ ਹੋ। ਪਹਿਲੀ ਤੁਸਨਿਲਕਿਆ ਦੀ ਪੱਤਰੀ 2 ਅਧਿਆਇ ਵਿੱਚ ਪੌਲੁਸ ਉਹ ਸੇਵਾ ਦੀ ਕਿਸਮ ਦਾ ਜ਼ਿਕਰ ਕਰਦਾ ਹੈ ਜੋ ਉਹਨਾਂ ਨੇ ਤੁਸਨਿਲਕਿਆ ਦੀ ਕਲੀਸਿਆ ਦੇ ਵਿਚਕਾਰ ਪਾਈ ਸੀ। ਦੂਸਰਾ ਅਧਿਆਇ ਉਸ ਦੀ 8 ਤੋਂ 12 ਐਤਾਂ। ਇਉਂ ਅਸੀਂ ਤੁਹਾਡੇ ਚੌਵੰਦ ਹੋ ਕੇ ਤੁਹਾਨੂੰ ਨਿਰੀ ਪਰਮੇਸ਼ਰ ਦੀ ਖੁਸ਼ਖਬਰੀ ਨਹੀਂ ਸਗੋਂ ਆਪਣੀ ਜਾਨ ਵੀ ਦੇਣ ਨੂੰ ਤਿਆਰ ਸਾਂ, ਇਸ ਲਈ ਜੋ ਤੁਸੀਂ ਸਾਡੇ ਪਿਆਰੇ ਬਣ ਗਏ ਸੋ। ਹੇ ਭਰਾਵੋ, ਸਾਡੀ ਮਿਹਨਤ ਪਹੋਰਿਆਂ ਤੁਹਾਨੂੰ ਚੇਤੇ ਹੋਵੇਗੀ ਭਾਈ, ਅਸਾਂ ਇਸ ਕਰਕੇ ਜੋ ਤੁਹਾਡੇ ਵਿੱਚੋਂ ਕਿਸੇ ਉੱਤੇ ਭਾਰੂ ਨਾ ਹੋਈਏ, ਰਾਤ ਦਿਨ ਕੰਮ ਧੰਦਾ ਕਰਕੇ ਤੁਹਾਨੂੰ ਪਰਮੇਸ਼ਰ ਦੀ ਖੁਸ਼ਖਬਰੀ ਸੁਣਾਈ। ਤੁਸੀਂ ਸਾਖੀ ਹੋ, ਨਾਲੇ ਪਰਮੇਸ਼ਰ ਵੀ, ਜੋ ਕਿ ਪਵਿੱਤਰਤਾਈ ਅਤੇ ਧਰਮ ਅਤੇ ਨਿਰਦੁਸ਼ਨਾ ਸਿਹਤ ਤੁਸਾਂ ਨੇਚਾਵਾਨਾਂ ਨਾਲ ਸਾਡਾ ਵਰਤਾਰਾ ਸੀ।
ਸੋ ਤੁਸੀਂ ਜਾਣਦੇ ਹੋ ਭਾਈ, ਜਿਵੇਂ ਪਿਤਾ ਆਪਣੇ ਬਾਲਕਾਂ ਨੂੰ, ਤਿਵੇਂ ਅਸੀਂ ਤੁਹਾਡੇ ਵਿੱਚੋਂ ਇੱਕ ਇੱਕ ਨੂੰ ਕਿਵੇਂ ਉਪਦੇਸ਼ ਅਤੇ ਦਿਲਾਸਾ ਦਿੰਦੇ ਅਤੇ ਸਮਝਾਉਂਦੇ ਰਹੇ, ਜੋ ਤੁਸੀਂ ਪਰਮੇਸ਼ਰ ਦੇ ਯੋਗ ਚਾਲ ਚੱਲੋ, ਜਿਹੜਾ ਤੁਹਾਨੂੰ ਆਪਣੇ ਰਾਜ ਅਤੇ ਤੇਜ ਵਿੱਚ ਸੱਦਦਾ ਹੈ। ਕੀ ਆਪ ਇਸ ਦੇ ਅਸਲ ਨੂੰ ਸਮਝਦੇ ਹੋ? ਪਾਲੂਸ ਅਤੇ ਉਸ ਦੇ ਦੋਸਤ ਤਸਲੀਕਿਆਂ ਨੂੰ ਗਏ। ਸ਼ਾਇਦ ਇਸ ਤਰ੍ਹਾਂ ਜਾਪਦਾ ਹੈ ਕਿ ਉੱਥੇ ਪ੍ਰਚਾਰਕਾਂ ਦੇ ਬਾਰੇ ਲੋਕ ਗੱਲਾਂ ਕਰਦੇ ਸਨ ਕਿ ਉਹ ਹਮੇਸ਼ਾ ਪੈਸੇ ਦੇ ਲਈ ਹੀ ਸਭ ਕੁਝ ਕਰਦੇ ਸਨ। ਧਾਰਮਿਕ ਸਿੱਖਿਆ ਦੇਣ ਵਾਲੇ ਅਮੀਰ ਹੋਣ ਦੇ ਲਈ ਕੋਸ਼ਿਸ਼ ਕਰਦੇ ਇੱਧਰ ਉੱਧਰ ਜਾਂਦੇ ਸਨ। ਪਾਲੂਸ ਦੇ ਕੋਲ ਇੱਕ ਕੰਮ ਧੰਦਾ ਸੀ, ਉਹ ਤੰਬੂ ਬਣਾਉਣ ਵਾਲਾ ਸੀ ਅਤੇ ਉਸ ਦੇ ਕੋਲ ਇੱਕ ਆਮ ਧੰਦਾ ਸੀ, ਜਿਸ ਤਰ੍ਹਾਂ ਕਿ ਅਸੀਂ ਅੱਜ ਆਖਦੇ ਹਾਂ। ਉਹ ਕੰਮ ਕਰਨ ਨੂੰ ਜਾਂਦਾ ਸੀ ਅਤੇ ਉਹ ਆਪਣੀਆਂ ਜ਼ਰੂਰਤਾਂ ਲਈ ਖੁਦ ਪੈਸਾ ਕਮਾਉਂਦਾ ਸੀ ਅਤੇ ਫਿਰ ਉਹ ਇਹਨਾਂ ਲੋਕਾਂ ਦੇ ਲਈ ਆਪਣੇ ਕੰਮ ਦੇ ਵਿੱਚ ਸਮਾਂ ਬਿਤਾਉਣ ਤੋਂ ਬਾਅਦ ਉਹਨਾਂ ਦੀ ਸੇਵਾ ਕਰਦਾ ਸੀ। ਉਸ ਨੇ ਪੂਰੀ ਤਰ੍ਹਾਂ ਆਪਣੀਆਂ ਜ਼ਰੂਰਤਾਂ ਲਈ ਖੁਦ ਕੰਮ ਕੀਤਾ, ਜਿਸ ਤਰ੍ਹਾਂ ਕਿ ਅੱਜ ਕੁਝ ਗਰੀਬ ਮੁਲਕਾਂ ਦੇ ਵਿੱਚ ਅੱਜ ਵੀ ਇਸੇ ਤਰ੍ਹਾਂ ਕੀਤਾ ਜਾਂਦਾ ਹੈ। ਉਸਨੇ ਇਹ ਸਭ ਇਸ ਕਰਕੇ ਕੀਤਾ ਸੀ ਤਾਂ ਕਿ ਕੋਈ ਵੀ ਉਸ ਦੀ ਆਲੋਚਨਾ ਉਸ ਦੇ ਗਲਤ ਕਾਰਨਾਂ ਦੇ ਕਰਕੇ ਸੇਵਾ ਵਿੱਚ ਹੋਣ ਦੇ ਬਾਰੇ ਨਾ ਕਰ ਸਕੇ। ਅਤੇ ਫਿਰ ਬਾਈਬਲ ਆਖਦੀ ਹੈ ਕਿ ਉਸ ਨੇ ਆਪਣੇ ਜੀਵਨ ਬਸ ਇਹਨਾਂ ਲੋਕਾਂ ਦੇ ਲਈ ਦੇ ਦਿੱਤਾ ਸੀ। ਮੈਂ ਆਪ ਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੁਝ ਆਪ ਕਰਦੇ ਹੋ ਅਤੇ ਜਿਉਂਦੇ ਹੋ, ਉਹ ਬਦਲਿਆ ਜਾਵੇਗਾ। ਆਪ ਇਸ ਤਰ੍ਹਾਂ ਕਰੋ ਅਤੇ ਆਪ ਪ੍ਰਸੰਨਕ ਬਣ ਜਾਓ ਅਤੇ ਲੋਕ ਇਹ ਜਾਣਨ ਦੀ ਖੁਆਇਸ਼ ਰੱਖਣਗੇ ਕਿ ਉਹ ਕਿਹੜੀ ਚੀਜ਼ ਹੈ ਜੋ ਆਪ ਤੋਂ ਇਸ ਤਰ੍ਹਾਂ ਖਰਾਉਂਦੀ ਹੈ। ਜੇਕਰ ਉਹ ਆਪਣੇ ਜੀਵਨ ਦੇ ਵਿੱਚ ਉਸ ਜਿਹਾ ਸਬੂਤ ਵੇਖ ਸਕਣ ਜੋ ਆਪ ਸਿਖਾਉਂਦੇ ਹੋ, ਇਹ ਉਹਨਾਂ ਕਾਰਨਾਂ ਵਿੱਚ ਇੱਕ ਹੈ ਜਿਸ ਦਾ ਕਾਰਨ ਇੱਕ ਪਾਸਵਾਨ ਹੋਣਾ ਇੱਕ ਭਿਆਨਕ ਚੀਜ਼ ਹੈ। ਇਹੋ ਜਿਹੀ ਭਿਆਨਕ ਚੀਜ਼ ਇੱਕ ਆਤਮਿਕ ਆਗੂ ਹੁੰਦਿਆਂ ਹੋਇਆ। ਇਸੇ ਕਰਕੇ ਬਾਈਬਲ ਆਖਦੀ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਿੱਖਿਆ ਦੇਣ ਵਾਲੇ ਨਾ ਹੋਣ, ਕਿਉਂਕਿ ਉਹਨਾਂ ਦੇ ਲਈ ਇੱਕ ਹੋਰ ਵੀ ਸਖਤ ਨਿਆਂ ਹੈ ਜਾਂ ਸਜ਼ਾ ਹੈ। ਅਸੀਂ ਜਾਣਦੇ ਹਾਂ ਕਿ ਸਾਡੇ ਵਿੱਚੋਂ ਸਾਰੇ ਜੋ ਸਿੱਖਿਆ ਦਿੰਦੇ ਹਨ ਕਿ ਸਾਨੂੰ ਤੱਕਿਆ ਜਾ ਰਿਹਾ ਹੈ ਅਤੇ ਅਸੀਂ ਜਾਣਦੇ ਹਾਂ ਕਿ ਅਸੀਂ ਆਲੋਚਨਾ ਕੀਤੇ ਜਾਣ ਵਾਲੇ ਵਿਅਕਤੀ ਹਾਂ, ਪਰ ਅਸੀਂ ਹਰ ਰੋਜ਼ ਸਰਵਸ਼ਕਤੀਮਾਨ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਉਹ ਸਾਡੀ ਮਦਦ ਕਰੇ ਇਹੋ ਜਿਹਾ ਜੀਵਨ ਜਿਉਣ ਦੇ ਵਿੱਚ ਜੋ ਕਿ ਉਸ ਸੰਦੇਸ਼ ਦੇ ਹਮਾਇਤ ਹੋਣ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ। ਇਸ ਕਰਕੇ ਜਦੋਂ ਮਨੁੱਖ ਅਤੇ ਔਰਤਾਂ ਉਸ ਸੰਦੇਸ਼ ਨੂੰ ਸੁਣ ਜਿਸ ਦਾ ਅਸੀਂ ਪ੍ਰਚਾਰ ਕਰਦੇ ਹਾਂ, ਤਦ ਉਹ ਸਾਡੇ ਜੀਵਨਾਂ ਉੱਤੇ ਤੱਕਣਗੇ ਅਤੇ ਉਹ ਆਖਣਗੇ ਕਿ ਫਲਾਨਾ ਵਿਅਕਤੀ ਜੋ ਕੁਝ ਸਿਖਾਉਂਦਾ ਹੈ ਉਹ ਆਪਣੇ ਜੀਵਨ ਦੇ ਠੀਕ ਵਿਚਕਾਰ ਉਸ ਉੱਤੇ ਨੇਚਾ ਕਰਦਾ ਹੈ। ਅਤੇ ਇਸੇ ਤਰ੍ਹਾਂ ਮੈਂ ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਉਸ ਤਰ੍ਹਾਂ ਬਦਲਿਆ ਜਾਵਾਂਗਾ। ਜੇਕਰ ਇਹ ਉਸ ਤਰ੍ਹਾਂ ਬਦਲਿਆ ਜਾਣਾ ਸੰਭਵ ਹੋਵੇਗਾ, ਇਹੋ ਹੀ ਹੈ ਜੋ ਤਸਲੀਕਿਆ ਦੇ ਵਿਸ਼ਵਾਸੀਆਂ ਦੇ ਨਾਲ ਵਰਪਿਆ ਸੀ। ਉਹਨਾਂ ਦੇ ਉੱਤੇ ਉਹਨਾਂ ਨੇ ਇੱਕ ਅੰਦਰੂਨੀ ਅਨੁਭਵ ਉਹਨਾਂ ਸਿੱਖਿਆ ਦੇਣ ਵਾਲੇ ਦੇ ਜੀਵਨ ਦੇ ਕਰਕੇ ਪਾਇਆ ਸੀ, ਜੋ ਕਿ ਉਹਨਾਂ ਦੇ ਵਿਚਕਾਰ ਸਿੱਖਿਆ ਦੇਣ ਆਏ ਸਨ। ਭਾਗ 3, ਪ੍ਰਸਾਰਕ ਮਸੀਹ ਸਰਗਮ ਹੁੰਦੇ ਹਨ। 6 ਐਤ, ਇਸ ਤਰ੍ਹਾਂ ਉਹ ਸਥਾਪਿਤ ਕੀਤੇ ਗਏ ਹਨ। ਉਹ ਸ਼ਕਤੀਵਾਨ ਹਨ। ਉਹ ਉਹਨਾਂ ਦੇ ਦੋ ਪਹਿਲੂ ਚਿੰਨ੍ਹ ਸਨ। ਅਸੀਂ ਪ੍ਰਸਾਰਕ ਮਸੀਹ ਦੇ ਚਿੰਨ੍ਹ ਦੇ ਬਾਰੇ ਗੌਰ ਕਰ ਸਕਦੇ ਹਾਂ। ਆਪ ਨੂੰ ਬਚਾਇਆ ਜਾਣਾ ਹੈ ਅਤੇ ਇਹ ਆਪ ਨੂੰ ਜਾਣਨਾ ਪੈਣਾ ਹੈ ਕਿ ਆਪ ਬਚਾਏ ਗਏ ਹੋ। ਆਪ ਨੂੰ ਸਚਾਈ ਦੇ ਵਿੱਚ ਸਥਾਪਿਤ ਕੀਤਾ ਜਾਣਾ ਹੈ। ਇਹ ਅਕਸਰ ਉਦੋਂ ਹੁੰਦਾ ਹੈ ਕਿਉਂਕਿ ਆਪ ਨੂੰ ਕਿਸੇ ਇਹੋ ਜਿਹੇ ਵਿਅਕਤੀ ਦੇ ਦੁਆਰਾ ਸਲਾਹ ਦਿੱਤੀ ਜਾਂਦੀ ਹੈ ਜੋ ਕਿ ਸਚਾਈ ਦੇ ਵਿੱਚ ਸਥਾਪਿਤ ਕੀਤਾ ਗਿਆ ਹੋਵੇ। ਤੀਸਰੀ ਗੱਲ ਉੱਤੇ ਗੌਰ ਕਰੋ ਕਿ ਪ੍ਰਸਾਰਕ ਮਸੀਹ ਸਰਗਰਮ ਹੁੰਦੇ ਹਨ। ਮੈਂ ਜ਼ਿਆਦਾਤਰ ਝੂਠੇ ਉਤਸ਼ਾਹ ਦੇ ਹੱਕ ਵਿੱਚ ਨਹੀਂ ਹਾਂ। ਮੈਂ ਜਾਣਦਾ ਹਾਂ ਕਿ ਕਿਸੇ ਭੀੜ ਨੂੰ ਸਰਗਰਮ ਬਣਾਉਣ ਲਈ ਆਪ ਸ਼ੋਰ ਮਚਾ ਸਕਦੇ ਹੋ ਜੇਕਰ ਆਪ ਇਸ ਤਰ੍ਹਾਂ ਕਰਨਾ ਚਾਹੋ, ਪਰ ਮੈਂ ਤਾਂ ਇੱਥੇ ਸੱਚੇ, ਅਸਲ ਅਤੇ ਦਿਲੋਂ ਮਹਿਸੂਸ ਕੀਤੇ ਜਾਣ ਵਾਲੇ ਉਤਸ਼ਾਹ ਦੀ ਗੱਲ ਕਰ ਰਿਹਾ ਹਾਂ। ਉਤਸ਼ਾਹ ਪਰਮੇਸ਼ਰ ਤੁਹਾਡੇ ਅੰਦਰ, ਪਰਮੇਸ਼ਰ ਤੁਹਾਡੇ ਵਿਚਕਾਰ, ਜੋ ਕਿ ਉਤਸ਼ਾਹ ਵਜੋਂ ਤੁਹਾਡੇ ਵਿੱਚ ਉਬਲ ਰਿਹਾ ਹੋਵੇ। 6 ਐਤ ਵਿੱਚ ਇਹ ਅਸੀਂ ਪੜ੍ਹਦੇ ਹਾਂ, ਇਹ ਆਖਿਆ ਗਿਆ ਹੈ ਅਤੇ ਤੁਸੀਂ ਉਸ ਵਚਨ ਨੂੰ ਵੱਡੀ ਬਿਪਤਾ ਵਿੱਚ ਪਵਿੱਤਰ ਆਤਮਾ ਦੇ ਆਨੰਦ ਨਾਲ ਕਬੂਲ ਕਰਕੇ ਸਾਡੀ ਅਤੇ ਪ੍ਰਭੂ ਦੀ ਰੀਸ ਕਰਨ ਲੱਗ ਪਏ ਸੋ। ਮੈਂ ਇੱਕ ਚੀਜ਼ ਮਹਿਸੂਸ ਕਰਦਾ ਹਾਂ, ਜੇਕਰ ਆਪ ਤਸਲੀਕਿਆ ਵਿਖੇ ਹੋਣ ਵਾਲੀਆਂ ਸੁਭਾਵਾਂ ਦੇ ਵਿੱਚ ਇੱਕ ਦੇ ਵਿੱਚ ਗਏ ਹੋ ਜਿੱਥੇ ਕਿ ਉਹ ਬੰਦਗੀ ਕਰਦੇ ਸਨ, ਸ਼ਾਇਦ ਉਹ ਸ਼ਾਂਤ ਹੋ ਕੇ ਬੰਦਗੀ ਨਹੀਂ ਸਨ ਕਰਦੇ। ਉਹਨਾਂ ਦੇ ਵਿੱਚ ਆਨੰਦ ਪਾਇਆ ਜਾਂਦਾ ਸੀ ਜੋ ਕੁਝ ਪਰਮੇਸ਼ਰ ਨੇ ਉਹਨਾਂ ਦੇ ਜੀਵਨ ਵਿੱਚ ਕੀਤਾ ਸੀ। ਉਹ ਉਸ ਕਰਕੇ ਉਤੇਜਿਤ ਸਨ ਅਤੇ ਉਹ ਬਹੁਤ ਸਾਰੇ ਕਲੇਸ਼ ਦੇ ਵਿੱਚੋਂ ਗੁਜ਼ਰ ਚੁੱਕੇ ਸਨ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਜਦੋਂ ਆਪ ਦੀ ਨੇਚਾ ਨੂੰ ਬਿਪਤਾ ਦੇ ਦੁਆਰਾ ਪਰਖਿਆ ਜਾਂਦਾ ਹੈ ਤੇ ਆਪ ਉਸ ਵਿੱਚ ਖਰੇ ਨਿਕਲ ਕੇ ਬਾਹਰ ਆਉਂਦੇ ਹੋ, ਤਦ ਆਪ ਆਨੰਦ ਦੀ ਇੱਕ ਇਹੋ ਜਿਹੀ ਕਿਸਮ ਨੂੰ ਪਾਉਂਦੇ ਹੋ ਜਿਸ ਨੂੰ ਆਪ ਕਿਸੇ ਵੀ ਅਨੁਭਵ ਦੇ ਵਿੱਚ ਨਹੀਂ ਸੀ ਜਾਣ ਸਕਦੇ। ਸਭ ਤੋਂ ਵੱਧ ਆਨੰਦਪੂਰਨ ਜਿਨ੍ਹਾਂ ਦਾ ਅਨੁਭਵ ਮੈਂ ਆਪਣੇ ਸਮੁੱਚੇ ਜੀਵਨ ਵਿੱਚ ਕੀਤਾ, ਉਹ ਦਿਨ ਰਹੇ ਹਨ ਜਦੋਂ ਕਿ ਮੈਂ ਇਸ ਕਲੀਸਿਆ ਦੇ ਵਿੱਚ ਹਸਪਤਾਲ ਵਿੱਚ ਕੁਝ ਸਮਾਂ ਰਹਿਣ ਤੋਂ ਬਾਅਦ ਵਾਪਸ ਆਇਆ ਸੀ। ਜਦੋਂ ਮੈਂ ਵਾਪਸ ਆਉਂਦਾ ਹਾਂ ਅਤੇ ਮੈਂ ਜਾਣ ਲੈਂਦਾ ਹਾਂ ਉਸ ਸਾਰੇ ਸਮੇਂ ਦੇ ਵਿੱਚ ਜਦੋਂ ਮੈਂ ਦੂਰ ਸੀ,
ਮੈਂ ਕੀ ਕੁਝ ਖੋ ਚੁੱਕਾ ਹਾਂ। ਅਤੇ ਮੈਂ ਇੱਥੇ ਬੈਠਦਾ ਹਾਂ ਅਤੇ ਇੱਕ ਸਮੂਹਿਕ ਭਜਨ ਗਾਉਣਾ ਆਰੰਭ ਕੀਤਾ ਜਾਂਦਾ ਹੈ ਅਤੇ ਫਿਰ ਸੰਗੀਤ ਆਰੰਭ ਹੁੰਦਾ ਹੈ। ਤਦ ਮੇਰੇ ਮਨ ਦੇ ਵਿੱਚ ਆਨੰਦ ਉਮੜ ਪੈਂਦਾ ਹੈ, ਕਿਉਂਕਿ ਮੇਰੇ ਜੀਵਨ ਦੇ ਵਿੱਚ ਯਿਸੂ ਮਸੀਹ ਦੀ ਅਸਲੀਅਤ ਪਾਈ ਜਾਂਦੀ ਹੈ। ਮੈਂ ਇੱਕ ਕਠਿਨ ਸਮੇਂ ਦੇ ਵਿੱਚੋਂ ਗੁਜ਼ਰ ਚੁੱਕਾ ਹਾਂ ਅਤੇ ਮੈਂ ਹੁਣ ਇਸ ਤੋਂ ਪਾਰ ਲੰਘ ਚੁੱਕਾ ਹਾਂ ਤੇ ਪਰਮੇਸ਼ਰ ਮੇਰੇ ਲਈ ਦਿਆਲੂ ਹੋ ਚੁੱਕਾ ਹੈ। ਕਿ ਆਪ ਇਹ ਸਾਰੀ ਤਸਵੀਰ ਨੂੰ ਵੇਖ ਸਕਦੇ ਹੋ। ਉਹ ਲੋਕ ਤਸਲੀਕਿਆਂ ਦੇ ਵਿਖੇ ਉਤਸ਼ਾਹ ਨਾਲ ਭਰੇ ਹੋਏ ਸਨ ਕਿ ਆਪ ਉਤਸ਼ਾਹਪੂਰਨ ਲੋਕਾਂ ਦੇ ਆਸ-ਪਾਸ ਹੋਣਾ ਪਸੰਦ ਨਹੀਂ ਕਰਦੇ। ਮੇਰਾ ਇੱਕ ਦੋਸਤ ਹੈ ਜਿਸ ਦਾ ਨਾਮ ਚਾਰਲੀ ਜੋਨਸ ਜੋ ਹੈ ਕਿ ਇੱਕ ਪ੍ਰੇਰਕ ਹੈ। ਉਹ ਇੱਕ ਇਹੋ ਜਿਹਾ ਵਿਅਕਤੀ ਹੈ ਜੋ ਆਪਣੇ ਜੀਵਨ ਦੇ ਕਾਰਜ ਵਿੱਚ ਠੀਕ ਅੰਤ ਵਿੱਚ ਹੁਣ ਆ ਪਹੁੰਚਾ ਹੈ। ਪਰ ਆਪ ਕਦੇ ਵੀ ਚਾਰਲੀ ਜੋਨਸ ਦੀਆਂ ਸਭਾਵਾਂ ਦੇ ਵਿੱਚ ਹੋਣਾ ਪਸੰਦ ਨਹੀਂ ਕਰਦੇ। ਆਪ ਉਸ ਦੀਆਂ ਸਭਾਵਾਂ ਵਿੱਚ ਅਗਲੀ ਕਤਾਰ ਵਿੱਚ ਨਹੀਂ ਬੈਠਦੇ, ਕਿਉਂਕਿ ਜੇਕਰ ਆਪ ਇਸ ਤਰ੍ਹਾਂ ਕਰਦੇ ਹੋ ਤਦ ਆਪ ਉਸ ਦੇ ਕਾਰ ਦਾ ਇੱਕ ਅੰਗ ਬਣ ਜਾਓਗੇ। ਮੈਂ ਆਪ ਨਾਲ ਵਾਅਦਾ ਕਰਦਾ ਹਾਂ, ਉਹ ਹੇਠਾਂ ਆਵੇਗਾ ਤੇ ਆਪ ਦੇ ਉੱਤੇ ਆਪਣੇ ਹੱਥਾਂ ਨੂੰ ਰੱਖੇਗਾ ਅਤੇ ਆਪ ਦੇ ਇਸ ਨੂੰ ਜਾਣਨ ਤੋਂ ਪਹਿਲਾਂ ਆਪ ਮੁਸੀਬਤ ਦੇ ਵਿੱਚ ਪਾਏ ਜਾਓਗੇ। ਉਸ ਦੀ ਮਨ ਪਾਓ। ਛੋਟੀ ਜੀ ਗੱਲ ਇਹ ਹੈ ਕਿ ਉਹ ਹਮੇਸ਼ਾ ਹੀ ਇਹਨਾਂ ਮਸੀਹਾਂ ਦੇ ਬਾਰੇ ਕਰ ਰਿਹਾ ਹੁੰਦਾ ਹੈ ਜੋ ਕਿ ਆਪਣੇ ਅੰਗੂਠੀਆਂ ਨੂੰ ਮੂੰਹ ਵਿੱਚ ਪਾ ਕੇ ਚਿੱਥਣ ਬਜਾਏ ਹੋਰ ਕੁਝ ਨਹੀਂ ਹੁੰਦੇ। ਉਹ ਤਾਂ ਉਹਨਾਂ ਛੋਟੇ ਬੱਚਿਆਂ ਦੇ ਬਾਰੇ ਗੱਲਾਂ ਕਰ ਰਿਹਾ ਹੁੰਦਾ ਹੈ ਜੋ ਠੀਕ ਜਿਉਣ ਨਹੀਂ ਦਿੰਦੇ ਅਤੇ ਨਾ ਹੀ ਠੀਕ ਕਾਰਜ ਕਰਦੇ ਹਨ ਅਤੇ ਉਹ ਵੱਧਦੇ ਫੁੱਲਦੇ ਨਹੀਂ। ਚਾਰਲੀ ਜੋਨਸ ਉਤਸ਼ਾਹ ਦੇ ਨਾਲ ਭਰਪੂਰ ਹੋ। ਜਦੋਂ ਮੈਂ ਉਸ ਨੂੰ ਪਹਿਲੀ ਵਾਰ ਮਿਲਿਆ, ਮੈਂ ਸੋਚਿਆ ਸੀ ਕਿ ਉਹ ਤਾਂ ਜ਼ਿਆਦਾ ਗੱਲਾਂ ਕਰਨ ਵਾਲਾ ਹੈ। ਮੈਂ ਨਹੀਂ ਸੀ ਜਾਣਿਆ ਕਿ ਮੈਂ ਉਸ ਦੇ ਬਾਰੇ ਕੀ ਆਖਾਂ। ਜਦੋਂ ਆਪ ਪਹਿਲੀ ਵਾਰ ਉਸ ਦੇ ਕੋਲ ਜਾਂਦੇ ਹੋ ਤਦ ਉਹ ਠੀਕ ਆਪ ਦੇ ਸਾਹਮਣੇ ਆਵੇਗਾ ਅਤੇ ਉਹ ਆਖੇਗਾ, ਆਪ ਦੇ ਮੁਸਕਰਾਉਣ ਦੇ ਲਈ ਧੰਨਵਾਦ। ਆਪ ਕਹੋਗੇ, ਹੇ ਮਨੁੱਖ, ਤੂੰ ਕੀ ਗੱਲ ਕਰ ਰਿਹਾ ਹੈ, ਮੇਰੇ ਤੋਂ ਪਰੇ ਰਹਿ। ਆਪ ਕਿਸੇ ਹੋਟਲ ਵਿੱਚ ਉਸ ਦੇ ਨਾਲ ਜਾਓ ਤਦ ਉਹ ਉਸ ਹੋਟਲ ਦੇ ਲੋਕਾਂ ਦੇ ਨਾਲ ਇਸ ਤਰ੍ਹਾਂ ਗੱਲਾਂ ਕਰੇਗਾ ਜਦਾਂ ਉਹ ਹਮੇਸ਼ਾ ਤੋਂ ਹੀ ਉਹਨਾਂ ਨੂੰ ਜਾਣਦਾ ਰਿਹਾ ਹੋਵੇਗਾ। ਮੈਨੂੰ ਡਰ ਸੀ ਜਦੋਂ ਮੈਂ ਕੁਝ ਸਮਾਂ ਪਹਿਲਾਂ ਇੱਕ ਖਾਸ ਹੋਟਲ ਦੇ ਵਿੱਚ ਉਸ ਦੇ ਨਾਲ ਇੱਕ ਵਾਰ ਮਿਲਿਆ ਸੀ। ਮੈਂ ਆਪਣੀ ਪਤਨੀ ਨੂੰ ਆਖਿਆ, ਮੈਨੂੰ ਚਾਰਲੀ ਜੋਨਸ ਨੂੰ ਮਿਲਣ ਲਈ ਜਾਣਾ ਪੈਣਾ ਹੈ, ਪਰ ਮੇਰੀ ਖੁਆਇਸ਼ ਹੈ ਕਿ ਮੈਂ ਲੁਕੇ ਛੁਪੇ ਉਸ ਹੋਟਲ ਦੇ ਵਿੱਚ ਜਾਵਾਂ ਅਤੇ ਕਿਸੇ ਇਹੋ ਜਿਹੇ ਥਾਂ ਵਿੱਚ ਬੈਠ ਜਾਵਾਂ, ਕਿਉਂਕਿ ਮੈਂ ਜਾਣਦਾ ਹਾਂ ਕਿ ਉਹ ਕੀ ਕਰਨ ਜਾ ਰਿਹਾ ਹੈ। ਸੱਚਮੁੱਚ ਉਹ ਹੋਟਲ ਦੇ ਮੁੱਖ ਦੁਆਰ ਦੇ ਉੱਤੇ ਖੜਾ ਮੇਰਾ ਇੰਤਜ਼ਾਰ ਕਰ ਰਿਹਾ ਸੀ ਅਤੇ ਉਹ ਅੱਗੇ ਆਇਆ। ਉਸਨੇ ਮੇਰੇ ਦੁਆਲੇ ਆਪਣੀਆਂ ਬਾਹਾਂ ਨੂੰ ਫੈਲਾਇਆ ਅਤੇ ਮੈਨੂੰ ਉੱਪਰ ਚੁੱਕਿਆ ਅਤੇ ਚੁੰਮਿਆ ਅਤੇ ਹਰੇਕ ਨੂੰ ਦੱਸਿਆ ਕਿ ਇਹ ਮੇਰਾ ਦੋਸਤ ਹੈ। ਅਤੇ ਮੈਂ ਇਹ ਆਖ ਰਿਹਾ ਹਾਂ ਕਿ ਹੇ ਮਨੁੱਖ, ਇਹ ਸਭ ਕੀ ਹੈ? ਉਤਸ਼ਾਹ ਪਾਉਣਾ। ਪਰ ਉਸਨੇ ਆਪਣੇ ਦਿਲ ਵਿੱਚ ਪ੍ਰਭੂ ਦੇ ਆਨੰਦ ਨੂੰ ਬਸ ਪਾਇਆ ਹੋਇਆ ਹੈ। ਉਹ ਨਹੀਂ ਜਾਣਦਾ ਕਿ ਆਪਣੇ ਆਪ ਨੂੰ ਕਿਵੇਂ ਕਾਬੂ ਵਿੱਚ ਕਰੇ। ਉਹ ਨਹੀਂ ਜਾਣਦਾ ਕਿ ਜੋ ਕੁਝ ਹੈ ਉਸ ਨਾਲੋਂ ਭਿੰਨ ਕਿਵੇਂ ਹੋਵੇ। ਉਹ ਤਾਂ ਬਸ ਸਰਗਰਮ ਹੈ। ਅਸੀਂ ਸਾਰੇ ਇਸੇ ਤਰ੍ਹਾਂ ਆਪਣੇ ਜੋਸ਼ ਨੂੰ ਪ੍ਰਗਟ ਨਹੀਂ ਕਰਨ ਜਾ ਰਹੇ, ਪਰ ਬੜੇ ਧਿਆਨ ਦੇ ਨਾਲ ਮੇਰੀ ਗੱਲ ਸੁਣੋ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਜੇਕਰ ਆਪ ਬਚਾਏ ਜਾ ਚੁੱਕੇ ਹੋ, ਜੇਕਰ ਆਪ ਮੂਰਤੀਆਂ ਤੋਂ ਪਰੇ ਹੋ ਕੇ ਜਿੰਦਾ ਅਤੇ ਸੱਚੇ ਪਰਮੇਸ਼ਰ ਦੀ ਸੇਵਾ ਵੱਲ ਮੁੜੇ ਹੋ ਅਤੇ ਮਸੀਹ ਦੀ ਆਮਦ ਦੀ ਉਡੀਕ ਕਰ ਰਹੇ ਹੋ, ਤਦ ਆਪ ਕੁਝ ਆਨੰਦ ਪਾਉਣ ਜਾ ਰਹੇ ਹੋ। ਆਪ ਆਨੰਦ ਹੋਣ ਜਾ ਰਹੇ ਹੋ। ਮੈਂ ਅੱਜ ਦੇ ਬਚਨਾਂ ਨੂੰ ਪੜ੍ਹਿਆ ਅਤੇ ਮੈਂ ਆਪਣੇ ਆਪ ਨੂੰ ਯਾਦ ਕਰਾਇਆ ਕਿ ਆਰੰਭਕ ਕਲੀਸਿਆ ਵਿੱਚ ਇੱਕ ਗੱਲ, ਉਹਨਾਂ ਗੱਲਾਂ ਵਿੱਚੋਂ ਇੱਕ ਜਿਸ ਦਾ ਜ਼ਿਕਰ ਅਸੀਂ ਬਹੁਤ ਮੁਸ਼ਕਲ ਨਾਲ ਕਰਦੇ ਹਾਂ, ਉਹ ਇਹ ਹੈ ਕਿ ਆਰੰਭਕ ਕਲੀਸਿਆ ਖੁਸ਼ੀ ਅਤੇ ਆਨੰਦ ਦੇ ਨਾਲ ਭਰਪੂਰ ਸੀ। ਇਹਨਾਂ ਬਾਈਬਲਾਂ ਬਾਣੀਆਂ ਦੇ ਵਿੱਚ ਅਸੀਂ ਗੌਰ ਕਰਾਂਗੇ। ਰਸੂਲਾਂ ਦੇ ਕਰਤੱਵ 5 ਅਧਿਆਇ 41 ਐਤ। ਸੋ ਇਹ ਇਸ ਗੱਲ ਤੋਂ ਆਨੰਦ ਕਰਦੇ ਹੋਏ ਜੋ ਅਸੀਂ ਉਸ ਦੇ ਕਾਰਨ ਬੇਪਤ ਹੋਣ ਦੇ ਜੋ ਗਿਣੇ ਗਏ, ਮਹਾਸਭਾ ਦੇ ਸਾਹਮਣੇ ਚਲੇ ਗਏ। ਰਸੂਲਾਂ ਦੇ ਕਰਤੱਵ 8 ਅਧਿਆਇ 8 ਵਚਨ। ਔਰ ਉਸ ਨਗਰ ਵਿੱਚ ਵੱਡੀ ਧੰਨ ਧੰਨ ਹੋਈ। ਰਸੂਲਾਂ ਦੇ ਕਰਤੱਵ 13 ਅਧਿਆਇ 52 ਵਚਨ। ਅਤੇ ਚੇਲੇ ਆਨੰਦ ਔਰ ਪਵਿੱਤਰ ਆਤਮਾ ਨਾਲ ਭਰੇ ਰਹਿੰਦੇ ਸਨ। ਆਪ ਦੇ ਦਿਲ ਵਿੱਚ ਆਨੰਦ ਪਾਇਆ ਜਾਵੇਗਾ। ਰਸੂਲਾਂ ਦੇ ਕਰਤੱਵ 15 ਅਧਿਆਇ 3 ਵਚਨ। ਜਾਂ ਉਹ ਕਲੀਸਿਆ ਕੁਝ ਦੂਰ ਪਹੁੰਚਾਏ ਗਏ ਤਾਂ ਫਿਨਕੇ ਅਤੇ ਸਾਮਰੀਆ ਦੇ ਵਿੱਚੋਂ ਦੀ ਲੰਘਦੇ ਹੋਏ ਪਰਾਈਆਂ ਕੌਮਾਂ ਦਿਆਂ ਲੋਕਾਂ ਦੇ ਮਨ ਫਿਰਾਉਣ ਦੀ ਖਬਰ ਦਿੰਦੇ ਗਏ ਅਤੇ ਸਭਨਾਂ ਭਾਈਆਂ ਨੂੰ ਬਹੁਤ ਖੁਸ਼ ਕੀਤਾ। ਉਹਨਾਂ ਦੇ ਦਿਲਾਂ ਦੇ ਵਿੱਚ ਆਨੰਦ ਸੀ। ਆਪ ਕਦੇ ਵੀ ਪ੍ਰਸਕ ਮਸੀਹੀ ਨਹੀਂ ਬਣੋਗੇ ਜੇਕਰ ਆਪ ਦੇ ਚਿਹਰੇ ਉੱਤੇ ਕੋਈ ਤਿਉੜੀ ਹਮੇਸ਼ਾ ਹੀ ਰਹਿੰਦੀ ਹੈ। ਆਪ ਨੂੰ ਚਾਰਲੀ ਜੋਨਸ ਦੀ ਤਰ੍ਹਾਂ ਇੱਧਰ ਉੱਧਰ ਚੱਲਣਾ ਨਹੀਂ ਪੈਣਾ। ਹਰੇਕ ਨੂੰ ਜਿਸ ਨੂੰ ਵੀ ਆਪ ਵੇਖੋ ਉਸ ਨੂੰ ਚੁੰਮਣਾ ਨਹੀਂ ਪੈਣਾ ਅਤੇ ਹਰੇਕ ਦੇ ਉੱਤੇ ਮੁਸਕਰਾਓ ਦੀਆਂ ਅਤੇ ਹਰੇਕ ਨੂੰ ਇਹ ਦੱਸਿਆ ਕਿ ਉਹ ਕਿੰਨੇ ਮਹਾਨ ਜਾਪਦੇ ਹਨ। ਅਤੇ ਇਸ ਤਰ੍ਹਾਂ ਦਾ ਹੋਰ ਵੀ ਸਭ ਕੁਝ। ਆਪ ਨੂੰ ਇਹ ਸਭ ਕੁਝ ਨਹੀਂ ਕਰਨਾ ਪੈਣਾ, ਪਰ ਆਪ ਦੇ ਦਿਲ ਦੇ ਅੰਦਰ ਆਨੰਦ ਦੇ ਕੁਝ ਪ੍ਰਗਟਾਵੇ ਨੂੰ ਹੋਣਾ ਪੈਣਾ ਹੈ।
ਪਿਆਰੇ ਦਰਸ਼ਕੋ, ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਅਸੀਂ ਆਪਣੇ ਅੱਜ ਦੇ ਪ੍ਰੋਗਰਾਮ ਦੇ ਵਿੱਚੋਂ ਸਿੱਖਿਆ ਕਿ ਇੱਕ ਮਹਾਨ ਕਲੀਸਿਆ ਕਿਹੋ ਜਿਹੀ ਹੁੰਦੀ ਹੈ। ਇੱਕ ਮਹਾਨ ਕਲੀਸਿਆ ਉਹ ਹੁੰਦੀ ਹੈ ਜਿਸ ਦੇ ਨਮੂਨੇ ਨੂੰ ਹੋਰ ਲੋਕ ਅਧਿਐਨ ਕਰਦੇ ਹੁੰਦੇ ਹਨ। ਥੈਸਲੋਨੀਕਾ ਦੀ ਕਲੀਸਿਆ ਮਹਾਨ ਕਲੀਸਿਆ ਸੀ ਕਿਉਂਕਿ ਉਸ ਦੀ ਚਰਚਾ ਉਹਦੇ ਇਲਾਕੇ ਦੇ ਆਸ-ਪਾਸ ਦੀ ਕਲੀਸਿਆਵਾਂ ਦੇ ਵਿੱਚ ਹੁੰਦੀ ਸੀ। ਇਸ ਕਲੀਸਿਆ ਦੇ ਲੋਕਾਂ ਦੇ ਕੁਝ ਗੁਣਾਂ ਨੂੰ ਅਸੀਂ ਆਪਣੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਵੇਖਿਆ। ਅਸੀਂ ਵੇਖਿਆ ਕਿ ਉਹ ਜੁਝਾਰੂ ਕਿਸਮ ਦੇ ਲੋਕ ਸਨ। ਅਸੀਂ ਇਸ ਕਲੀਸਿਆ ਦੇ ਵਿੱਚ ਵਿਸ਼ਵਾਸ ਦੇ ਕਾਰਜ ਅਤੇ ਪ੍ਰੇਮ ਦੀ ਮਿਹਨਤ ਦੀ ਤਸਵੀਰ ਨੂੰ ਵੇਖਿਆ। ਥੈਸਲੋਨੀਕੀਆਂ ਦੀ ਕਲੀਸਿਆ ਦੇ ਲੋਕ ਪ੍ਰਸਾਰਕ ਮਸੀਹੀ ਸੀ। ਉਹ ਜੋ ਵਿਸ਼ਵਾਸ ਕਰਦੇ ਸੀ ਉਹਦਾ ਪ੍ਰਚਾਰ ਵੀ ਕਰਦੇ ਸੀ ਅਤੇ ਉਹਨਾਂ ਦਾ ਵਿਸ਼ਵਾਸ ਸੀ ਕਿ ਯਿਸੂ ਮੁਕਤੀਦਾਤਾ ਹੈ ਅਤੇ ਆਪਣੀ ਕਲੀਸਿਆ ਨੂੰ ਸਵਰਗ ਨੂੰ ਲੈ ਜਾਣ ਦੇ ਲਈ ਫੇਰ ਆਉਣ ਵਾਲਾ ਹੈ। ਉਹ ਪ੍ਰਚਾਰ ਦੀ ਆਪਣੀ ਮਿਹਨਤ ਵਿੱਚ ਕਦੇ ਵੀ ਢਿੱਲੇ ਨਹੀਂ ਪਏ। ਦੋਸਤੋ, ਤੁਹਾਡਾ ਆਪਣੇ ਬਾਰੇ ਕੀ ਵਿਚਾਰ ਹੈ? ਕੀ ਤੁਸੀਂ ਜਾਗਰੂਕ ਅਤੇ ਸਰਗਰਮ ਮਸੀਹੀ ਹੋ ਜੋ ਲਗਾਤਾਰ ਪ੍ਰਭੂ ਯਿਸੂ ਮਸੀਹ ਜੀ ਦੇ ਫੇਰ ਤੋਂ ਆਉਣ ਦੀ ਉਡੀਕ ਕਰ ਰਹੇ ਹੋ? ਆਓ ਪ੍ਰਾਰਥਨਾ ਕਰੀਏ। ਸਰਵ ਸ਼ਕਤੀਮਾਨ ਜਿੰਦਾ ਪਰਮੇਸ਼ਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ। ਪ੍ਰਭੂ ਧੰਨਵਾਦ ਕਰਦੇ ਹਾਂ ਥੈਸਲੋਨੀਕੀਆਂ ਦੀ ਕਲੀਸਿਆ ਵਾਸਤੇ ਜੋ ਕਿ ਖੁਸ਼ਖਬਰੀ ਵਾਸਤੇ ਬਹੁਤ ਹੀ ਮਿਹਨਤ ਨਾਲ ਔਰ ਸਰਗਰਮੀ ਨਾਲ ਉਸ ਦਾ ਪ੍ਰਚਾਰ ਕਰ ਰਹੀ ਸੀ ਤਾਂ ਕਿ ਪਿਤਾ ਪਰਮੇਸ਼ਰ ਜ਼ਿਆਦਾ ਤੋਂ ਜ਼ਿਆਦਾ ਲੋਕ ਮੁਕਤੀ ਨੂੰ ਹਾਸਿਲ ਕਰ ਸਕਣ। ਪ੍ਰਭੂ ਜੀ, ਇਸ ਕਲੀਸਿਆ ਦੇ ਦੁਆਰਾ ਅਸੀਂ ਜੋ ਗੱਲਾਂ ਸਿੱਖੀਆਂ ਸੱਚਮੁੱਚ ਮਹਾਨ ਔਰ ਬਹੁਤ ਹੀ ਅੱਛੀ ਗੱਲਾਂ ਨੇ। ਪ੍ਰਭੂ, ਸਾਡੀ ਪ੍ਰਾਰਥਨਾ ਹੈ ਸਾਡੇ ਜੀਵਨ 'ਚ ਵੀ ਥੈਸਲੋਨੀਕੀਆਂ ਦੇ ਲੋਕਾਂ ਦਾ ਜੋ ਜੀਵਨ ਹੈ ਉਹਨਾਂ ਵਰਗਾ ਜੀਵਨ ਸਾਡੇ ਜੀਵਨ 'ਚ ਵੀ ਆਏ। ਅਸੀਂ ਉਹਨਾਂ ਦੀ ਸਿੱਖਿਆ ਦੇ ਦੁਆਰਾ ਖੁਸ਼ਖਬਰੀ ਦੇ ਪ੍ਰਚਾਰ ਨੂੰ ਬੜੀ ਮਿਹਨਤ ਔਰ ਪ੍ਰੇਮ ਦੇ ਨਾਲ ਲੋਕਾਂ ਤੱਕ ਪਹੁੰਚਾ ਸਕੀਏ। ਪਿਤਾ, ਸਾਡੇ ਸਾਰਿਆਂ ਤੇ ਦਇਆ ਕਰੋ ਔਰ ਯਿਸੂ ਮਸੀਹ ਦੇ ਨਾਮ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ। ਆਮੀਨ। ਪਿਆਰੇ ਦਰਸ਼ਕੋ, ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਾਂਗੇ ਇੱਕ ਨਵੇਂ ਵਿਸ਼ੇ ਦੇ ਨਾਲ। ਦੋਸਤੋ, ਜੇਕਰ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਾ ਤਾਂ ਤੁਸੀਂ ਆਪਣੇ ਟੀਵੀ ਸਕਰੀਨ ਤੇ ਚੱਲ ਰਹੇ ਸਾਡੇ ਫੋਨ ਨੰਬਰਾਂ ਤੇ ਸਾਨੂੰ ਹੁਣੇ ਮਿਸ ਕਾਲ ਕਰੋ। ਜੇਕਰ ਤੁਸੀਂ ਸਾਡੇ ਨਾਲ ਕੋਈ ਵਿਚਾਰ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਸਾਨੂੰ ਕੋਈ ਸਲਾਹ ਦੇਣਾ ਚਾਹੁੰਦੇ ਹੋ ਜਾਂ ਫਿਰ ਪ੍ਰਾਰਥਨਾ ਕਰਵਾਉਣਾ ਚਾਹੁੰਦੇ ਹੋ ਤਾਂ ਸਕਰੀਨ ਦੇ ਦਿੱਤੇ ਹੋਏ ਫੋਨ ਨੰਬਰਾਂ ਨੂੰ ਨੋਟ ਕਰ ਲਿਓ। ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।